ਦ ਲਾਈਵ ਟੂਡੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ। ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿੱਖ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਵਿਰੋਧ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਆ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਉੱਤੇ ਅਤਿਆਚਾਰ ਹੋ ਰਿਹਾ ਆ। ਭਾਰਤ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਸਟੈਪ ਲੈਣਾ ਚਾਹੀਦਾ ਆ। ਕੀ ਕਹਿੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਆਓ ਸੁਣ ਲੈਂਦੇ ਹਾਂ। ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਸਿੱਖ ਵਿਰੋਧੀ ਗਤੀਵਿਧੀਆਂ ਦੀਆਂ ਬੜੀਆਂ ਖਬਰਾਂ ਆ ਰਹੀਆਂ, ਜਿੱਥੇ ਅਫਗਾਨਿਸਤਾਨ ਦੇ ਵਿੱਚ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ। ਬਹੁਤ ਸਾਰੇ ਸਿੱਖ ਉੱਥੋਂ ਪਲਾਨ ਕਰਕੇ ਇੱਥੇ ਆਪਣੇ ਮੁਲਕ ਨੂੰ ਵਾਪਸ ਆ ਗਏ, ਔਰ ਇਸੇ ਕੜੀ ਤਹਿਤ ਜਿਹੜਾ ਪਾਕਿਸਤਾਨ ਤੋਂ ਵਿੱਚ ਲੰਮੇ ਸਮੇਂ ਤੋਂ ਜਿਹੜੀਆਂ ਸਿੱਖ ਬੇਟੀਆਂ, ਪਹਿਲਾਂ ਇੱਕ ਬੇਟੀ ਉਹਨੂੰ ਲੈ ਗਏ ਆਪਣੇ ਚੱਕ ਕੇ, ਫਿਰ ਉਸ ਤੋਂ ਬਾਅਦ ਹੁਣ ਕੱਲ੍ਹ ਪਰਸੋਂ ਇੱਕ ਹੋਰ ਘਟਨਾ ਵਾਪਰ ਗਈ ਕਿ ਜਿਹੜੀ ਕੁੜੀ ਸਰਕਾਰੀ ਟੀਚਰ ਲੱਗੀ ਦੀਨਾ ਕੌਰ, ਉਹਨੂੰ ਚੱਕ ਕੇ ਤੇ ਹਾਲੇ ਤੱਕ ਕੋਈ ਥੋਹ ਪਤਾ ਵੀ ਨਹੀਂ ਦੱਸਿਆ, ਤੇ ਜਾਣਕਾਰੀ ਮੁਤਾਬਕ ਉਹਦੇ ਨਾਲ ਨਿਕਾਹ ਕਰ ਲਿਆ ਗਿਆ। ਤੇ ਮੈਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਘੱਟ ਗਿਣਤੀ ਮਾਈਨੋਰਟੀਜ਼ ਜਿਹੜੀਆਂ ਉੱਥੇ ਰਹਿ ਰਹੀਆਂ, ਜੇ ਇਸੇ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਤਸ਼ੱਦਦ ਜਾਰੀ ਰਿਹਾ ਤੇ ਜੇ ਫਿਰਕੂ ਸੋਚ ਜਾਰੀ ਰਹੀ ਕਿ ਸਿੱਖ ਬੱਚੀਆਂ ਨੂੰ ਲਿਜਾ ਕੇ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਨਿਕਾਹ ਕਰਨੇ ਆ, ਤੇ ਸਿੱਖ ਕੌਮ ਦੇਰ ਸਵੇਰ ਹਰ ਇੱਕ ਚੀਜ਼ ਦਾ ਹਿਸਾਬ ਵੀ ਮੰਗਦੀ ਹੈ। ਸੋ ਮੈਂ ਉਹਨਾਂ ਨੂੰ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਅਤ ਕਰਨਾ ਤੁਹਾਡਾ ਮੂਹਰਲਾ ਫਰਜ਼ ਆ। ਸਭ ਤੋਂ ਮੰਦਭਾਗੀ ਗੱਲ ਕਿ ਉਹ ਬੇਟੀ ਦੇ ਫਾਦਰ ਨੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਕਰਨ ਦੀ ਮੰਗ ਕੀਤੀ, ਤੇ ਉਹ ਪਰਚਾ ਦਰਜ ਮੰਗ ਕਰਨ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਰਹੋ। ਸੋ ਮੈਂ ਸਮਝਦਾ ਇਹ ਤਾਨਾਸ਼ਾਹੀ ਰਵੱਈਆ ਜਿਹੜਾ ਪਾਕਿਸਤਾਨ ਦਾ ਸਿੱਖਾਂ ਪ੍ਰਤੀ ਬਿਲਕੁਲ ਨਿੰਦਣਯੋਗ ਆ, ਔਰ ਮੈਂ ਇੱਥੋਂ ਦੀ ਸਰਕਾਰ ਤੋਂ ਵੀ ਮੰਗ ਕਰਦਾ, ਭਾਰਤ ਦੀ ਸਰਕਾਰ ਤੋਂ ਵੀ ਮੰਗ ਕਰਦਾ, ਤੇ ਅਸੀਂ ਇਹਨਾਂ ਦੇ ਜਿਹੜਾ ਐਂਬੈਸਡਰ ਪਾਕਿਸਤਾਨ ਦਾ ਦਿੱਲੀ ਸਥਿਤ, ਉਹਨੂੰ ਚਿੱਠੀ ਵੀ ਲਿਖ ਰਹੇ ਤੇ ਨਾਲ ਇੱਕ ਡੈਪੂਟੇਸ਼ਨ ਮਿਲੂਗਾ ਵੀ ਜਾ ਕੇ, ਤੇ ਇਹਨਾਂ ਤੋਂ ਮੰਗ ਕਰਦੇ ਵੀ ਇਹ ਕਿਉਂਕਿ ਡਿਪਲੋਮੈਟਿਕ ਤੌਰ ਦੇ ਉੱਤੇ ਪਾਕਿਸਤਾਨ ਦੀ ਸਰਕਾਰ ਨੂੰ ਤਾੜਨਾ ਕਰਨ ਕਿ ਘੱਟ ਗਿਣਤੀਆਂ ਦੇ ਨਾਲ ਜੇ ਇਹੋ ਜਿਹਾ ਰਵੱਈਆ ਰਿਹਾ ਇਹਨਾਂ ਦਾ, ਤੇ ਉਹਦੇ ਨਾਲ ਫਿਰ ਉੱਥੇ ਘੱਟ ਗਿਣਤੀਆਂ ਜਿਹੜੀਆਂ ਰਹਿ ਰਹੀਆਂ ਉਹ ਕੌਮਾਂ ਆ, ਉਹਨਾਂ ਦੇ ਵਿੱਚ ਇੱਕ ਡਰ ਤੇ ਭੈ ਜਿਹੜਾ ਆ ਉਹ ਫੈਲ ਜਾਊਗਾ। ਤੇ ਦੂਸਰਾ ਜਿਹੜੀ ਸਾਡੀ ਉੱਥੇ ਦੀ ਸਰਕਾਰ ਆ, ਉਹ ਤੋਂ ਵੀ ਮੈਂ ਮੰਗ ਕਰਦਾ ਕਿ ਉਹ ਵੀ ਕਾਨੂੰਨ ਕਾਇਦੇ ਮੁਤਾਬਕ ਉਹਦੇ ਦੇ ਉੱਤੇ ਦਖਲਅੰਦਾਜ਼ੀ ਕਰਕੇ ਜਿਹੜੇ ਵੀ ਜਾਰਵਾਨ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਹੀ ਫਿਰ ਮੈਂ ਸਮਝਦਾ ਇਹ ਨਿਆਂ ਕੀਤਾ ਜਾ ਸਕਦਾ ਆ। ਸੋ ਮੈਂ ਪੁਰਜ਼ੋਰ ਦੋਨਾਂ ਸਰਕਾਰਾਂ ਤੋਂ ਮੰਗ ਕਰਦਾ ਪਾਕਿਸਤਾਨ ਦੀ ਸਰਕਾਰ ਤੁਰੰਤ ਮੁਲਜ਼ਮਾਂ ਨੂੰ ਗ੍ਰਿਫਤਾਰ ਪਰਚਾ ਦਰਜ ਕਰੇ, ਤੇ ਇੱਥੇ ਜਿਹੜੇ ਸਾਡੇ ਭਾਰਤ ਸਰਕਾਰ ਆ, ਇਹ ਉਸ ਸਰਕਾਰ ਦੇ ਸਪੀਅਰ ਸਾਹਿਬ ਨੂੰ ਸੱਦ ਕੇ ਉਹਨਾਂ ਨੂੰ ਤਾੜਨਾ ਕਰਨ ਪਏ। ਲਗਾਤਾਰ ਲੰਬੇ ਅਰਸੇ ਤੋਂ ਇਹ ਜਿਹੜਾ ਘੱਟ ਗਿਣਤੀਆਂ ਪ੍ਰਤੀ ਉਹਨਾਂ ਦਾ ਵਿਵਹਾਰ ਆ ਉਹ ਬਹੁਤ ਨਿੰਦਣਯੋਗ ਆ। ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਆ ਉਹ ਨਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਖਬਰ ਜਲੰਧਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਦੀ ਰਾਤ ਇੱਕ ਔਰਤ ਨੂੰ ਹਸਪਤਾਲ ਦੇ ਬਾਹਰ ਹੀ ਵਾਰਡ ਦੇ ਵਿੱਚ ਬੱਚਾ ਹੋ ਗਿਆ, ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। ਤਾਂ ਪਤਾ ਲੱਗਿਆ ਹੈ ਕਿ ਹਸਪਤਾਲ ਦੇ ਵਿੱਚ ਐਤਵਾਰ ਦੀ ਅੱਧੀ ਰਾਤ ਨੂੰ ਵਾਰਡ ਦੇ ਬਾਹਰ ਹੀ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਹੋ ਗਈ। ਇਸ ਤੇ ਔਰਤ ਦੇ ਪਰਿਵਾਰ ਵੱਲੋਂ ਹਸਪਤਾਲ ਦੇ ਸਟਾਫ ਨਾਲ ਹੰਗਾਮਾ ਕੀਤਾ ਗਿਆ। ਪਰਿਵਾਰ ਦਾ ਆਰੋਪ ਸੀ ਕਿ ਡਾਕਟਰਾਂ ਨੇ ਸਮੇਂ ਤੇ ਗਰਭਵਤੀ ਔਰਤ ਦਾ ਇਲਾਜ ਨਹੀਂ ਕੀਤਾ, ਜਿਸ ਕਾਰਨ ਉਸ ਔਰਤ ਦੀ ਬਾਹਰ ਹੀ ਡਿਲੀਵਰੀ ਹੋ ਗਈ। ਉਹਨਾਂ ਕਿਹਾ ਕਿ ਡਾਕਟਰ ਦੇ ਕਹਿਣ ਤੇ ਅਸੀਂ ਮਰੀਜ਼ ਨੂੰ ਸੈਰ ਕਰਨ ਲਈ ਲੈ ਕੇ ਗਏ। ਗੁਜਰਾ ਰਹਿਣ ਵਾਲਾ ਵਾ, ਮੇਰੇ ਸਾਲੇ ਦੇ ਘਰ ਵੋਟੀ ਨੂੰ ਬੱਚਾ ਹੋਣ ਵਾਲਾ ਸੀਗਾ। ਉਹਦਾ ਮੈਨੂੰ ਫੋਨ ਆਇਆ 6 ਵਜੇ ਕਿ ਦਾ ਪ੍ਰੋਬਲਮ ਹੈ ਕਿ ਸਾਡਾ ਸਿਵਲ ਹਸਪੀਟਲ ਇਲਾਜ ਚੱਲਦਾ ਹੈ, ਕਿ ਅਸੀਂ ਸਿਵਲ ਹਸਪੀਟਲ ਲੈ ਕੇ ਆ ਰਹੇ, ਤੁਸੀਂ ਆ ਜਾਓ। मैं आ गया जो 6:30 ਅਸੀਂ ਲੈ ਕੇ ਤੇ ਪਹੁੰਚੇ ਆ ਇਹਨਾਂ ਨੂੰ ਕਿਹਾ ਦਾ ਪ੍ਰੋਬਲਮ ਹੈਗੀ ਆ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਬੱਚਾ ਨਾ ਕਿਉਂਕਿ ਡਿਲੀਵਰੀ ਸਾਨੂੰ ਅੱਜ ਹੀ ਕਰਨੀ ਪੈਣੀ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਹੈਗੀ ਕੋਈ ਨਾ ਕੋਈ ਚਲੋ ਆਪਾਂ ਚਲੋ
मैं नहीं बच सकता। मैं कहा चलो वो वाली परमात्मा ਦਾ ਫੈਸਲਾ है, बच्चा बचे या ना बचे बात की गल है, ठीक है ना। ਤੁਸੀਂ ਬਾਕੀ ਸਾਰੀ ਦੇਖ ਰੇਖ ਕਰੋ। ਇਹਨਾਂ ਨੇ ਭਾਜੀ 6:30 ਤੋਂ ਲੈ ਕੇ 9:30 ਵਜੇ ਤੱਕ ਸਾਡੀ ਦੇਖ ਰੇਖ ਨਹੀਂ ਕੀਤੀ। ਹਾਰ ਕੇ ਅਸੀਂ ਇਹਨਾਂ ਨੂੰ ਕਿਹਾ ਮੈਡਮ ਦਰਦ ਬਹੁਤ ਜ਼ਿਆਦਾ, ਕੋਈ ਟੀਕਾ ਲਗਾ ਦਿਓ ਜਾਂ ਕੁਝ ਕਰੋ। ਕਹਿੰਦੇ ਬਾਲਾ ਤੁਸੀਂ ਬੋਲੋ ਨਾ, ਜਿਹੜੇ ਬੈੱਡ ਤੇ ਪਏ ਆ ਇਹਨਾਂ ਨੇ ਉਹੀ ਬੈੱਡ ਦੀ ਡਿਲੀਵਰੀ ਦੇ ਦੇਣੀ, ਆਪੇ ਟਾਈਮ ਤੇ ਦੇਣੀ ਹੈ। ਮੈਡਮ ਨਾਲ ਤੁਸੀਂ ਕਹਿ ਰਹੇ ਸੀ ਕਿ ਦਰਦ ਬਹੁਤ ਹੋ ਰਹੀ ਹੈ ਤੇ ਸ਼ਾਮ ਤੱਕ ਹੋ ਜਾਏਗੀ, ਪਰ ਕਿਉਂ ਨਹੀਂ ਹੋ ਰਹੀ? ਤੇ ਨਹੀਂ ਵੀ ਹੋ ਰਹੀ, ਕੋਈ ਟੀਕਾ ਲਗਾ ਦਰਦ ਰੋਕਣ ਦਾ, ਕੁੜੀ ਤਾਂ ਨਾਲ ਵਿਰਤਾ ਹੋ ਰਹੀ ਹੈ। ਕਹਿੰਦੇ ਨਹੀਂ ਜੀ, ਮੈਂ ਕਰਦੇ ਕਹਿੰਦੇ ਸੈਰ ਕਰਾਓ। ਅਸੀਂ ਸਟਿਚਰ ਤੇ ਪਾ ਕੇ ਹਵਾਲ ਵਾਲੇ ਸੈਰ ਕਰਾ ਲਈ ਤੇ ਉਹਨੇ ਭੁੰਜੇ ਕੁੜੀ ਨੇ ਡਿਲੀਵਰੀ ਦੇ ਦਿੱਤੀ। ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਵੀਡੀਓ ਹੈ ਜਿਹੜੀ ਕਿ ਅਸੀਂ ਚੁੰਨੀਆਂ ਲਾ ਕੇ ਡਿਲੀਵਰੀ ਕਰਾਈ, ਪਲੱਸ ਆਪ ਬੱਚੇ ਨੂੰ ਚੱਕ ਕੇ ਜ਼ਮੀਨ ਤੋਂ ਲੈ ਕੇ ਆਏ ਆ ਉੱਪਰ। ਤੇ ਹੁਣ ਸਾਨੂੰ ਕਹਿ ਰਹੇ ਨਿੱਕੂ ਵਾਰਡ ਦੇ ਵਿੱਚ ਬੱਚੇ ਦੀ ਜਗ੍ਹਾ ਨਹੀਂ ਹੈਗੀ। ਇਹਦਾ ਹੁਣ ਦੱਸੋ ਕੀ ਕੀਤਾ ਜਾਵੇ? ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ, ਡਾਕਟਰ ਕੀ ਕਹਿ ਰਹੇ? ਡਾਕਟਰ ਇਹ ਜਵਾਬ ਦੇ ਰਹੇ ਆ ਕਿ ਬਸ ਬੱਚੇ ਨੂੰ ਹੋਰ ਕਿਤੇ ਕਰਨਾ ਸਰ ਪੈਣਾ। ਡਾਕਟਰ ਜਿਹੜੇ ਮੌਜੂਦਾ ਹੈਗੇ ਆ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ। ਉਹਨਾਂ ਨੇ ਕਿਹਾ ਜਿਹੜੇ ਬੱਚੇ ਦੇ ਪੇਸ਼ੈਂਟ ਹੈਗੇ ਜਾਂ ਉਹਦੇ ਫਾਦਰ ਹੈਗੇ ਉਹਨਾਂ ਤੋਂ ਅਸੀਂ ਆਪਣੀ ਡੈਡੀ ਦੇ ਉੱਤੇ ਮੁੱਦਾ ਲਿਖਾਇਆ ਹੈ ਕਿ ਬੱਚਾ ਤੁਹਾਡਾ ਬਚੇ ਜਾਂ ਨਾ ਬਚੇ ਤੁਸੀਂ ਆਪ ਜ਼ਿੰਮੇਦਾਰ ਹੋ। ਉਹ ਤਾਂ ਬੰਦਾ ਕਹਿੰਦੇ ਸਾਡਾ ਦੋਨੋਂ ਚ ਇੱਕ ਹੀ ਬੱਚਾ ਚਾਹੀਦਾ, ਅਸੀਂ ਕਹਿੰਦੇ ਸਾਡੀ ਕੋਈ ਨਹੀਂ, ਅਸੀਂ ਸਾਡੀ ਭਾਬੀ ਬਚਣੀ ਚਾਹੀਦੀ ਹੈ। ਕੋਈ ਬੱਚਾ ਪਰਮਾਤਮਾ ਫਿਰ ਦੇ ਦੂਗਾ ਜੋ ਵਾਹਿਗੁਰੂ ਨੂੰ ਮਨਜ਼ੂਰ ਹੋਏਗਾ। ਤਾਂ ਇਸ ਸੰਬੰਧੀ ਜਦੋਂ ਮੌਜੂਦਾ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀਗਾ ਕਿ ਇਹ ਪਰਿਵਾਰ ਵਾਲੇ ਖੁਦ ਹੀ ਉਸ ਨੂੰ ਸੈਰ ਕਰਨ ਲਈ ਬਾਹਰ ਲੈ ਕੇ ਗਏ ਨੇ। डॉक्टर गुरमीत मैडम अभी हंगामा हुआ, क्या कारण क्या था, वजह क्या थी? ये ना हमारे पास पेशेंट एडमिट हुआ है तकरीबन 7:15 बजे। पेशेंट को अभी 6 मंथ्स की प्रेगनेंसी थी और उसको पेन शुरू हो गई थी, ठीक है। पेशेंट को जब एडमिट किया तो हमने उनको बता दिया था कि पेशेंट का टाइम बहुत कम है और हो सकता है ये बच्चा जो है वो बचे ना, ठीक है ना, क्योंकि बहुत ज़्यादा प्री टर्म है। तो इसको सारा रिस्क एक्सप्लेन कर दिया था। उनको ये भी बोला था कि अगर आपने किसी और हॉस्पिटल में, बड़े हॉस्पिटल में शिफ्ट करना जहाँ पे प्री टर्म बच्चों की फैसिलिटी हो तो आप शिफ्ट कर सकते हो। इस बारे में उससे रिटर्न में स्टेटमेंट ली गई। उसके हस्बैंड ने रिटर्न में लिख के दिया हमको कि हमको बताया गया कि हमारा बच्चा जो है बहुत कमज़ोर है, अगर उसको डिलीवरी के बाद कोई दिक्कत आती है तो वो हमारी जिम्मेवारी है, ठीक है। ये इस बारे में उसने हमें रिटर्न में लिख के दिया, तो इसलिए फिर पेशेंट को हमने यहाँ रख लिया, ठीक है। पेशेंट को 9 बजे चेक किया गया था, अभी उसको पेन्स काफ़ी थे, उसको दोबारा रिस्क एक्सप्लेन किया था और पेशेंट को बोला था कि हो जाएगी डिलीवरी लेकिन अभी टाइम लगेगा। मैडम सिविल अस्पताल का आरोप लग रहे हैं, आप पे आरोप लग रहे हैं कि जो डिलीवरी हुई है बाहर हाँ, हुई वही मैं आपको है, बता बाहर हुई है जब वही मैं उनके आपको पेशेंट ने, हाँ जी वही बताइए। मैं आपको बताने जा रही हूँ कि अभी इसको 9 बजे हमने चेक किया था, तब अभी टाइम था। हमने उनको बोला कि अभी टाइम लगेगा, आप वेट करो, बेड पे रहो अपने। पेशेंट के रिलेटिव्स जो थे वो उसको पेशेंट कहते हैं कि मुझे घबराहट हो रही थी तो मैंने उसके रिश्तेदार उसको सैर कराने के लिए बाहर ले गए। सैर कराने के लिए बच्चा बिल्कुल छोटा था, अभी टाइम से पहले होता, अचानक से उसकी पेन बाहर बढ़ गई और उसने वहीं बेबी डिलीवर कर दी। तो हमारी स्टाफ नर्सेस तभी भाग के गई, बच्चे को उसकी जो नाड़ू से अलग किया काट के, बच्चे को और माँ को दोनों अंदर लेके आए। बच्चे का माँ का जो वो होता है प्लेसेंटा जिसको आप बोलते हैं ऑल, वो भी लेबर रूम के अंदर ही निकाली गई, वो भी लेबर रूम के अंदर ही निकाली गई है। और माँ को जो भी ट्रीटमेंट चाहिए था वो दिया गया। माँ और बच्चा ठीक है, बच्चे को क्योंकि बच्चे की क्राई आ गई थी इसलिए बच्चा इमीडिएटली पेडियाट्रिक वार्ड में शिफ्ट आरोप लगे हैं जब मरीज के परिजनों ने आपको बताया, आपके स्टाफ नर्स ने बोला हम खाना खा रहे हैं, हम खाना खाने के बाद बाहर आएंगे। इस बारे में तो देखो मैं स्टाफ नर्स से आपको पूछ के बता सकती हूँ, ठीक है, कि उसने ऐसा कहा कि नहीं कहा। जबकि जो मेरी नॉलेज के अनुसार है कि जैसे ही उन्होंने बताया कि वहाँ डिलीवरी हो रही है तो स्टाफ नर्स भाग कर वहीं गई, क्योंकि अगर स्टाफ खाना खाती रहती तो फिर बच्चे को अंदर कैसे लेके आती है। यानी कि उनकी तरफ से जो आरोप लगा रहे हाँ हैं जी। वो निराधार है। बिल्कुल निराधार आरोप है, क्योंकि उनको बच्चे की कंडीशन के बारे में पहले ही पता था, ठीक है। और जब उनको पता था कि बच्चे को दर्द तेज़ है, ठीक है, तो मरीज़ को बाहर नहीं लेके जाना चाहिए। अब बच्चा और बच्चे की माँ की क्या कंडीशन है? बच्चा जो है इस समय पेडियाट्रिक वार्ड में, बच्चे बड़े डॉक्टर उसको देख रहे हैं, माँ बिल्कुल ठीक है, दोनों सही हैं। ये बच्चे का मैंने आपको बताया ना कि बच्चा बच्चों वाले वार्ड में है, वहाँ पे जो बच्चों वाले डॉक्टर हैं वो देख रहे हैं इसको। इंफॉर्मेशन मिली थी, क्या आप मौके पे आए, क्या वेरिफिकेशन की? देखो जी सिविल हॉस्पिटल जलंधर ਜਿਹੜਾ ਹੈ ਉੱਥੋਂ ਆਪਾਂ ਨੂੰ ਪਤਾ ਲੱਗਾ ਸੀਗਾ ਵੀ ਉੱਥੇ ਕੋਈ ਹੰਗਾਮਾ ਹੋ ਰਿਹਾ ਕਿ ਕਿਸੇ ਆਪਣੇ ਲੇਡੀ ਦੀ ਆਪਣੀ ਡਿਲੀਵਰੀ ਸੀ, ਉਹਦੇ ਬੱਚੇ ਦਾ ਕਰਕੇ ਪ੍ਰੋਬਲਮ ਆਈ ਤੇ ਮੈਂ ਇੱਥੇ ਪਹੁੰਚਿਆ ਤੇ ਇੱਥੇ ਐਕਚੁਅਲੀ ਠੀਕ ਹੈ। सर ਜਿਹੜੀ ਲੇਡੀਜ਼ ਨਾਲ ਡਿਲੀਵਰੀ ਹੋਈ ਸੀ ਉਹਦਾ ਕੀ ਨਾਮ ਹੈ, ਕਿੱਥੋਂ ਆਈ ਸੀ, ਕਿ ਡਿਲੀਵਰੀ ਹੋਈ ਕਿੱਥੇ ਹੈ? ਉਹਦਾ ਨਾਮ ਜੋਤੀ ਹੈ ਜੀ, ਉਹਦੇ ਆਪਣੇ ਘਰ ਵਾਲੇ ਦਾ ਨਾਮ ਰਾਹੁਲ ਹੈ ਤੇ ਸੋਡਰ ਰੋਡ ਹੈ। ਸਰ ਜਿਹੜੇ ਪੇਸ਼ੈਂਟ ਦੇ ਨਾਲ
ਘਰ ਵਾਲੇ ਆਏ ਉਹਨਾਂ ਵੱਲੋਂ ਕੀ ਆਰੋਪ ਕੀ ਲਗਾਏ ਜਾ ਰਹੇ ਹੈ? ਉਹ ਤੇ ਇਹ ਗੱਲ ਕਹਿ ਰਿਹਾ ਕਿ ਆਪਣੇ ਬੱਚੇ ਨੂੰ ਸਾਡੇ ਨੂੰ ਆਪਣੇ ਜਿਹੜੀ ਆਪਣੀ ਲੇਡੀ ਆ ਉਹਨੂੰ ਐਡਮਿਟ ਨਹੀਂ ਕੀਤਾ ਤੇ ਜਿਹੜੀ ਬੱਚੇ ਆਪਣੇ ਡਿਲੀਵਰੀ ਬਾਹਰ ਹੋਈ ਹੈ। ਤੇ ਸਰ ਤੁਸੀਂ ਮੌਕੇ ਤੇ ਆਏ ਕਿ ਮੌਕੇ ਤੇ ਤੁਸੀਂ ਪੇਸ਼ੈਂਟ ਦੇ ਜਿਹੜੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ, ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ, ਵਿੱਚ ਦੀ ਮੁੱਢਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਵੈਰੀਫਾਈ ਕਰ ਰਹੇ ਹਾਂ ਜੀ, ਜੋ ਵੀ ਹੈਗਾ ਆਪਣੇ ਡਾਕਟਰ ਸਾਹਿਬ ਦੇ ਕੋਲੋਂ ਪਤਾ ਕਰਕੇ ਸਾਰਾ ਜੋ ਵੀ ਹੋਏਗਾ ਤਾਂ ਸਰ ਜੋ ਵੀ ਤੱਥ ਸਾਹਮਣੇ ਆਉਗੇ, ਚਾਹੇ ਡਾਕਟਰ ਸਾਹਿਬ ਹੋਣ ਚਾਹੇ ਪੇਸ਼ੈਂਟ ਦੇ ਜਿਹੜੇ ਹੰਗਾਮਾ ਕਰਦੇ ਵਿੱਚ ਜਿਨ੍ਹਾਂ ਦੇ ਤੱਥ ਸਾਹਮਣੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਐਸ ਪਰ ਲਾਅ ਕਾਰਵਾਈ। ਅਗਲੀ ਖਬਰ ਬਰਨਾਲਾ ਦੇ ਭਦੌੜ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਜ਼ਿਮੀਂਦਾਰ ਦੇ ਖੇਤ ਵਿੱਚ ਕੰਮ ਕਰਨ ਵਾਲੇ ਇੱਕ ਕਾਮੇ ਦੀ ਖੇਤ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਜ਼ਿਮੀਂਦਾਰ ਪਰਿਵਾਰ ਦੇ ਵੱਲੋਂ ਜੋ ਲਾਸ਼ ਹੈ ਉਸ ਨੂੰ ਸੁੱਟ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰੋਹ ਦੇ ਵਿੱਚ ਆਏ ਤਾਂ ਉਹਨਾਂ ਨੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ। ਤਾਂ ਪੀੜਤ ਪਰਿਵਾਰਕ ਮੈਂਬਰਾਂ ਨੇ ਭਦੌੜ ਵਿਖੇ ਇਨਸਾਫ ਦੀ ਗੁਹਾਰ ਲਈ ਬਰਨਾਲਾ ਬਾਜਾਖਾਨਾ ਰੋਡ ਤੇ ਲਾਸ਼ ਰੱਖ ਕੇ ਧਰਨਾ ਲਾਇਆ ਤੇ ਰੋਡ ਜਾਮ ਕੀਤਾ। ਇਹ ਘਟਨਾ ਪਿੰਡ ਸੰਧੂ ਵਿੱਚ ਉਸ ਸਮੇਂ ਵਾਪਰੀ ਜਦੋਂ ਦਰਖਤਾਂ ਦੀ ਕਟਾਈ ਕਰਨੀ ਇੰਨੀ ਮਹਿੰਗੀ ਪਈ ਕਿ ਉਹ ਸ਼ਖਸ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ, ਜਿੱਥੇ ਜ਼ਿਮੀਂਦਾਰ ਨੇ ਉਸ ਨੂੰ ਬਚਾਉਣ ਦੀ ਬਜਾਏ ਮਾਮਲੇ ਨੂੰ ਰਫਾ-ਦਫਾ ਕਰਨ ਦੇ ਚਲਦਿਆਂ ਮ੍ਰਿਤਕ ਦੀ ਲਾਸ਼ ਕਿਸੇ ਹੋਰ ਦੇ ਖੇਤ ਵਿੱਚ ਸੁੱਟ ਦਿੱਤੀ। ਇਸ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀਗਾ ਤੇ ਇਸ ਤੋਂ ਇਲਾਵਾ ਜ਼ਿਮੀਂਦਾਰ ਧਿਰ ਦਾ ਕੀ ਕਹਿਣਾ ਹੈ ਤੇ ਪੁਲਿਸ ਇਸ ਮਾਮਲੇ ਵਿੱਚ ਕੀ ਕਹਿ ਰਹੀ ਹੈ, ਆਓ ਸੁਣਦੇ ਹਾਂ। ਉਹ ਤਾਂ ਮਾਮਲਾ ਕੀ ਸੀ ਬੇਟੇ? ਮਾਮਲਾ ਕੱਲ ਇਹ ਸੀ ਵੀ ਮੇਰੇ ਡੈਡੀ ਨੂੰ ਕੋਈ ਕੱਲ ਸਾਡੇ ਪਿੰਡ ਦੇ ਮਾੜਾ ਸਿੰਘ ਜੀ ਹਨਾ ਦਿਹਾੜੀ ਤੇ ਲੈ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਪਿੱਪਲ ਵੱਢਣ। ਹਾਂ ਬੇਟੇ ਕੀ ਕਹਿਣਾ ਚਾਹੁੰਦੇ? ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਉਹਦੇ ਤੇ ਮਰਡਰ ਦਾ ਕੇਸ ਕੀਤਾ ਜਾਵੇ ਤੇ ਉਹਨੂੰ ਜੇਲ੍ਹ ਵਿੱਚ ਪਹੁੰਚਾਇਆ ਜਾਵੇ। ਕੌਣ ਕੌਣ ਬੇਟੇ ਜ਼ਿੰਮੇਦਾਰ ਹੈਗੇ ਆ ਜੀ? ਇੱਕ ਮਾੜਾ ਸਿੰਘ ਜੀ ਆ ਬਸ, ਸਪੈਸ਼ਲੀ ਤੌਰ ਤੇ ਮਾੜਾ ਸਿੰਘ ਜੀ ਆ ਬਸ। ਕੋਈ ਪੁਲਿਸ ਨੇ ਸੁਣਵਾਈ ਕੀਤੀ ਬੇਟੇ ਤੁਹਾਡੀ? ਕੁਝ ਨਹੀਂ, ਬਸ ਉਹਨਾਂ ਨੇ ਇਕੱਲੇ ਬਿਆਨ ਦਰਜ ਕੀਤੇ ਆਗੇ। ਮੈਨੂੰ ਪਤਾ ਉਹਨਾਂ ਨੂੰ ਪੈਸੇ ਪਹਿਲਾਂ ਮਿਲੇ ਹੋਏ ਆਗੇ, ਪਹਿਲਾਂ ਹੀ ਕੱਲ ਦੇ। ਕਿਵੇਂ ਮੌਤ ਕਿਵੇਂ ਹੋਈ ਹੈ ਬੇਟਾ ਤੁਹਾਡੇ ਪਿਤਾ ਦੀ? ਕਰੰਟ ਲੱਗਣ ਨਾਲ ਹੋ ਗਈ ਹੈ। ਇਹ ਖੇਤ ਚੋਂ ਦੂਰ ਵੀ ਛੱਡ ਕੇ ਆਏ ਤੁਹਾਡੇ ਪਿਤਾ? ਹਾਂਜੀ, ਕਰੰਟ ਕਿਸੇ ਹੋਰ ਖੇਤ 'ਚ ਲੱਗਿਆ ਸੀ, ਚੱਕ ਕੇ ਕਿਸੇ ਹੋਰ ਖੇਤ 'ਚ ਸੁੱਟਿਆ ਆਂਦਾਗਾ। ਕਿੰਨੇ ਪਰਿਵਾਰਕ ਮੈਂਬਰ ਕਿੰਨੇ ਬੇਟੇ ਦੇ ਘਰ ਦੇ ਵਿੱਚ? 5 ਸੀਗੇ ਜੀ, ਹੁਣ ਤਾਂ 4 ਹੀ ਰਹਿ ਗਏ। ਕਿੰਨੀਆਂ ਭੈਣਾਂ ਆਈਆਂ ਬੇਟੇ? ਅਸੀਂ 3 ਭੈਣਾਂ ਹੈਗੀਆਂ, ਇੱਕ ਦਾਦੀ ਇੱਕ ਮਦਰ ਨੇ। ਇਨਸਾਫ ਦੀ ਕੀ ਮੰਗ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ? ਮਾਤਾ ਜੀ ਕੀ ਕਹਿਣਾ ਚਾਹੁੰਦੇ? ਅਸੀਂ ਇਹ ਕਹਿਣਾ ਚਾਹੁੰਦੇ, ਦਿਹਾੜੀ ਗਿਆ ਸੀਗਾ ਮੇਰਾ ਪੁੱਤ ਤੇ ਉਹਨੂੰ ਕਰੰਟ ਲੱਗ ਗਿਆ ਜੀ ਤੇ ਮੁੜ ਕੇ ਉਹਦੀ ਉੱਥੇ ਡਿੱਗ ਪਿਆ ਤੇ ਜੀ ਸਾਨੂੰ ਮੁੜ ਕੇ ਸਾਨੂੰ ਦੱਸਿਆ ਨਹੀਂ ਗਿਆ ਜੀ, ਉੱਥੇ ਤੜਫੀ ਗਿਆ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਕਿਹੜੇ ਕਿਹੜੇ ਬੰਦੇ ਸੀਗੇ ਉੱਥੇ ਜੀ 2 ਹੀ ਸੀਗੇ ਜੀ, ਦਿਹਾੜੀ ਗਈ ਸੀਗੀ ਜਦੋਂ ਇਹ ਮੰਗ ਕੀ ਕਰਦੇ ਮਾਤਾ ਜੀ? ਦਿਹਾੜੀ ਕਰਦੇ। ਮੰਗ ਕੀ ਕਰਦੇ ਪੁਲਿਸ? ਮੰਗ ਅਸੀਂ ਐਂ ਕਰਦੇ ਵੀ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਪੈਂਦਾ ਚਾਹੀਦਾ ਸਾਨੂੰ ਜੀ। ਕੌਣ ਆ ਹੋਰ ਕਮਾਊ ਜੀ ਦਾ ਸਾਧਨ? ਹੋਰ ਕੋਈ ਨਹੀਂ ਹੈਗਾ ਜੀ, ਵੀ ਮੇਰੇ ਘਰ ਵਾਲਾ ਵੀ ਪਹਿਲਾਂ ਮਰਿਆ ਵਾ, ਉਹਨਾਂ ਦਾ ਪਿਓ ਵੀ ਜੀ ਇਕੱਲੇ ਹੀ ਸੀ ਇਹ ਜੀ, 3 ਬੇਟੀਆਂ ਨੇ ਜੀ। ਉਹ ਸਾਡੀ ਕੋਈ ਮੰਗ ਨਹੀਂ, ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਜਿਹੜਾ ਕਰੰਟ ਲੱਗਣ ਤੋਂ ਬਾਅਦ ਕਿੰਨਾ ਚਿਰ ਤੜਫਦਾ ਰਿਹਾ ਤੁਹਾਡਾ ਬੇਟਾ? ਕੀ ਪਤਾ ਜੀ, ਸਾਨੂੰ ਜੋ ਦੱਸਿਆ ਹੀ ਨਹੀਂ ਹੈਗਾ। ਸਾਨੂੰ ਤਾਂ 3 ਵਜੇ ਦੱਸਿਆ ਜੀ, ਉੱਥੇ ਪਿਆ ਤੜਫੀ ਗਿਆ। ਉਹ ਵੀ ਉਹ ਇੱਥੇ ਬਾਹਰ ਚੱਕ ਕੇ ਖੜ ਗਿਆ ਜੀ। ਮੈਂ ਕਿਹਾ ਚਾਚਾ ਜੀ ਤੁਸੀਂ ਇੱਥੇ ਖੜੋ, ਕੀ ਗੱਲ ਹੋ ਗਈ? ਕਹਿੰਦਾ ਬਸ ਮਾੜਾ ਜਿਹਾ ਉਹ ਲੱਗਿਆ, ਕਰੰਟ ਹੀ ਲੱਗਿਆ ਗਾ। ਸਾਨੂੰ ਐਂ ਦੱਸਿਆ ਵੀ ਜੀ ਉਹਦੀ ਮੌਤ ਹੋ ਗਈ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਰਜੀਤ ਕੌਰ ਹੈ। ਕੀ ਨਾਮ ਹੈ ਤੁਹਾਡਾ ਜੀ? ਮਲਕੀਤ ਸਿੰਘ ਆ ਜੀ। ਮਾਮਲਾ ਕੀ ਹੈ ਜਿਹੜਾ ਤੁਹਾਡੇ ਦੋਸ਼ ਲੱਗਿਆ ਵੀ ਇਨਕੇ ਇੱਕ ਨੌਜਵਾਨ ਦੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੈਗੇ ਆ? ਸਾਨੂੰ ਜੀ ਕੋਈ ਪਤਾ ਨਹੀਂ, ਜਦੋਂ ਉਹਦੀ ਮੌਤ ਹੋਈ ਅਸੀਂ ਘਰੇ ਸੀਗੇ ਜੀ ਉਦੋਂ। ਸਾਨੂੰ ਉਹਦੇ ਬਾਰੇ ਹੁਣ ਕੋਈ ਪਤਾ ਨਹੀਂ। ਜਿਹੜਾ ਮੁੰਡਾ ਉਹਦੇ ਨਾਲ ਗਿਆ ਸੀ ਉਹਦੇ ਬਾਰੇ ਉਹਨੂੰ ਪੁੱਛੋ ਵੀ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਹੈ, ਕਿਵੇਂ ਇਹਦੀ ਮੌਤ ਹੋਈ ਹੈ, ਕਿੱਥੇ ਗਿਆ ਹੈ, ਕੌਣ ਇਹਨੂੰ ਚੱਕ ਕੇ ਸਿੱਟ ਕੇ ਆਇਆ, ਕੌਣ ਲਗਾਇਆ ਇਹਨੂੰ, ਉਹ ਸਾਰਾ ਕੁਝ ਦੱਸੂਗਾ। ਅਸੀਂ 11 ਵਜੇ ਫੋਨ ਕਰਿਆ ਉਹਨੂੰ, ਅਸੀਂ ਉਹਨੂੰ ਪੁੱਛਿਆ ਵੀ ਲਾਈਟ ਆ ਗਈ? ਉਹ ਕਹਿੰਦੇ ਕਿਹਾ ਹਾਂ ਆ ਗਈ। ਉਹਨੇ ਕਿਹਾ ਅੰਕਲ ਵੀ ਤੁਸੀਂ ਚਾਹ ਲੈ ਆਇਓ ਮੁੜ ਕੇ। ਆਹ ਗੱਲ ਸਾਨੂੰ ਕਹੀ ਸੀਗੀ। ਉਸ ਤੋਂ ਬਾਅਦ ਸਾਡੀ ਉਹਦੇ ਨਾਲ ਗੱਲ ਨਹੀਂ ਹੋਈ। 2 ਵਜੇ ਅਸੀਂ ਗਏ ਹਾਂ। ਉਸ ਤੋਂ ਬਾਅਦ ਉਹ ਮੁੰਡੇ ਨੇ ਉਹ ਫੋਨ ਲਾ ਕੇ ਉਹ ਮੁੰਡਾ ਉਹਦੇ ਕੋਲੇ ਵਗ ਗਿਆ। ਉਹ ਮੁੰਡੇ ਨੂੰ ਪਤਾ ਸੀ ਵੀ ਇੱਥੇ ਪਿਆ ਉਹ, ਸਾਨੂੰ ਕੋਈ ਪਤਾ ਨਹੀਂ। ਇਹ ਕੌਣ ਸੀਗਾ ਮੁੰਡਾ ਨਾਲ ਉਹਦੇ? ਮੁੰਡਾ ਉਹ ਬਾਂਸੇ ਦਾ ਮੁੰਡਾ ਸੀ, ਉਹ ਬਿਲਡੇ 'ਚ ਉੱਧਰ ਰਹਿੰਦੇ ਸਕੂਲ ਨਹੀਂ। ਇੱਕ ਇਹ ਵੀ ਕਿਹਾਗਾ ਵੀ ਕਿ ਜਿਹੜਾ ਕਰੰਟ ਲੱਗਣ ਕਰਕੇ ਮੌਤ ਹੋਈ ਹੈਗੀ ਆ ਵੀ ਬਾਹਾਂ ਤੋਂ ਚੱਕ ਕੇ ਦੂਰ ਛੱਡ ਕੇ ਆਏ ਹੈਗੇ ਆ। ਹਾਂਜੀ, ਉਹ ਕੋਈ ਸਾਨੂੰ ਕੋਈ ਪਤਾ ਨਹੀਂ ਜੀ, ਕੌਣ ਲੈ ਕੇ ਗਿਆ ਕੌਣ ਨਹੀਂ। ਅਸੀਂ ਨਹੀਂ ਗਏ ਖੇਤ। ਕੰਮ ਤੇ ਕਿਹਨੇ ਬੁਲਾਇਆ ਸੀਗਾ ਜੀ ਉਹਨੂੰ? ਕੰਮ ਤੇ ਅਸੀਂ ਨਹੀਂ ਬੁਲਾਇਆ ਜੀ, ਅਸੀਂ ਨਹੀਂ ਬੁਲਾਇਆ ਉਹਨਾਂ ਨੂੰ, ਅਸੀਂ ਨਹੀਂ ਸੱਦਿਆ ਉਹਨੂੰ ਕੰਮ ਤੇ। ਖੇਤ ਵਿੱਚ ਕਿਵੇਂ ਚਲਾ ਗਿਆ ਜੀ? ਉਹ ਖੇਤ 'ਚ ਸਾਨੂੰ ਨਹੀਂ ਪਤਾ ਵੀ ਕੌਣ ਚੱਕ ਕੇ ਉਹਨੂੰ ਸਿੱਟ ਕੇ ਆਇਆ ਕੌਣ ਨਹੀਂ ਸਿੱਟ ਕੇ। ਅਸੀਂ ਤਾਂ ਆਪ ਜਦੋਂ ਗਏ ਆ ਸਾਨੂੰ ਉਹ ਮੁੰਡੇ ਨੇ ਦਿਖਾਇਆ ਵੀ ਆਹ ਪਿਆ ਹੈ। ਜਿਹੜੇ ਦੋਸ਼ ਲੱਗੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ? ਸਾਡੇ ਤੇ ਤਾਂ ਗਲਤ ਲਾਏ ਦੋਸ਼ੇ ਤਾਂ, ਸਾਡਾ ਤਾਂ ਗਲਤੀ ਨਹੀਂ ਕੋਈ ਜੀ।
ਕਰ ਰਹੇ ਹਾਂ ਜੋ ਪੋਸਟਮਾਰਟਮ ਤੇ ਕੋਈ ਫਿਰ ਤਫਤੀਸ਼ ਅਮਲ 'ਚ ਲਿਆਂਦੀ ਜਾਊਗੀ। ਇਹ ਬੰਦਾ ਕੌਣ ਸੀ, ਕੀ ਕਰਦਾ ਸੀਗਾ ਜੀ, ਉੱਥੇ ਕੀ ਕਰਨ ਗਿਆ ਸੀਗਾ ਇਹ ਆਪਦੇ ਵਾਸਤੇ ਲੱਕੜ ਵੱਢਣ ਗਿਆ ਸੀ ਉਹਨਾਂ ਦੇ। ਹਾਲੇ ਸੰਦੀਪ ਨੰਗਲ ਅੰਬੀਆਂ ਦੀ ਮੌਤ ਦਾ ਮਾਮਲਾ ਠੰਡਾ ਨਹੀਂ ਸੀ ਹੋਇਆ ਕਿ ਕਿਸ ਤਰੀਕੇ ਉਸ ਨੂੰ ਕਬੱਡੀ ਟੂਰਨਾਮੈਂਟ ਦੇ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ, ਤਾਂ ਪਟਿਆਲੇ ਦੇ ਹਲਕਾ ਸਨੌਰ ਦੇ ਵਿੱਚ ਵੀ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਮਰਦਾਨਾ ਨਾਂ ਦਾ ਇੱਕ ਖਿਡਾਰੀ ਜਦੋਂ ਖੇਡ ਮੈਦਾਨ ਦੇ ਵਿੱਚੋਂ ਖੇਡ ਕੇ ਗਰਾਊਂਡ ਤੋਂ ਬਾਹਰ ਆ ਰਿਹਾ ਸੀਗਾ ਤੇ ਉਸ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਖਿਡਾਰੀ ਪਾਤੜਾਂ ਦਾ ਰਹਿਣ ਵਾਲਾ ਹੈ। ਟੂਰਨਾਮੈਂਟ ਦੇ ਵਿੱਚ ਖੇਡਣ ਤੋਂ ਬਾਅਦ ਮੈਦਾਨ ਵਿੱਚੋਂ ਜਦੋਂ ਬਾਹਰ ਨਿਕਲ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ ਗਿਆ। ਇਸ ਵਕਤ ਮਰਦਾਨਾ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਜੇਰੇ ਇਲਾਜ ਹੈ, ਜਿਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਚ ਖੇਡਣ ਤੋਂ ਬਾਅਦ ਮੈਦਾਨ ਤੋਂ ਬਾਹਰ ਆ ਰਿਹਾ ਸੀ ਤਾਂ ਭੀੜ ਦੇ ਵਿੱਚੋਂ ਕਿਸੇ ਨੇ ਉਸ ਨੂੰ ਚਾਕੂ ਮਾਰ ਦਿੱਤਾ। भाई मैच खेडे थे नैना गोद कल बई तो फाइनल मैच खेड के आ रहा थी तो ग्राउंड च बाहर निकले सर कोई बंदे ने काचू मारा छाती से बस तो बाद पता नहीं लग्या भरावा कित्थे हो कित्थे नहीं। ਕੀ ਕਾਰਨ ਹੋਇਆ? हाँ भाई ਕਾਰਨ ਕੀ ਹੋਇਆ? कारण कोई नहीं भाई, मैं टॉर्न आ रहा थी भाई, ना कोई लड़ाई ना कोई झगड़ा, बस आके बच्चे बजा भाजी। ਕਿਸ ਪਿੰਡ ਦਾ ਬੰਦਾ ਸੀ ਉਹ? पता ही नहीं भाजी किहड़े पिंड दा किहड़े नहीं, पता ही नहीं लग्या भाजी, नेरा दी पता ही नहीं लग्या कित्थे भागा कित्थे नहीं। मैं ग्राउंड 'ਚ ਜਾ ਕੇ ਲੇਟ ਗਿਆ ਵਾ। ਕਿਹੜੀ ਟੀਮ ਨਾਲ ਮੈਚ ਸੀ ਤੁਹਾਡਾ? ਸਾਡਾ ਰਾਮਪੁਰਾ ਬਠਿੰਡੇ ਨਾਲ ਜੀ ਭਾਜੀ। ਕਿਹੜੀ ਜਗ੍ਹਾ ਹੋ ਰਹੀ ਸੀ? ਇਹ ਨੈਣਾ ਗੋਤ ਭਾਜੀ। ਤੁਸੀਂ ਕਿੱਥੇ ਰਹਿਣ ਵਾਲੇ ਹੋ? ਮੇਰਾ ਪਿੰਡ ਦੇ ਦੇਣਾ ਭਾਜੀ, ਸਮਾਣੇ ਕੋਲ ਭਾਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਮਰਦਾਨਾ ਜੀ, ਪੱਕਾ ਨਾਮ ਸੁਖਵਿੰਦਰ ਹੈ ਜੀ। ਹਾਂਜੀ ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਜੀਤ ਹੈ ਜੀ। ਕਿੱਥੇ ਰਹਿਣ ਵਾਲੇ ਹੋ? ਅਸੀਂ ਦੇਦਣਾ ਰਹਿੰਦੇ ਹਾਂ ਜੀ। ਕਿਹੜੀ ਜਗ੍ਹਾ ਪੈਂਦਾ ਜੀ? ਇਹ ਘੱਗੇ ਦੇ ਲਈ ਆ ਪਟਿਆਲੇ ਕੋਲੇ। ਕੀ ਹੋਇਆ ਤੁਹਾਡੇ ਬੇਟੇ ਨਾਲ? ਮੇਰਾ ਬੇਟਾ ਕਬੱਡੀ ਖੇਡਣ ਗਿਆ ਸੀ ਜੀ। ਕਿਹੜੀ ਜਗ੍ਹਾ ਗਿਆ ਸੀ? ਕੋਤਵਾਲ ਖੇਡਣ ਗਿਆ ਜੀ, ਇੱਥੇ ਖੇਡਣ ਜਾਂਦੇ ਨੇ ਜੀ। ਉੱਥੇ ਇਹਨੇ ਚਾਕੂ ਮਾਰਿਆ ਜੀ ਕਿਸੇ ਨੇ ਮੇਰੇ ਪੁੱਤ ਨਾਲ। ਨਾ ਕੋਈ ਲੜਾਈ ਨਹੀਂ ਪੜ੍ਹਾਈ ਜੀ, ਚੰਗਾ ਭਲਾ ਖੇਡ ਕੇ ਆਇਆ ਜੀ 10 ਵਜੇ। ਗਰਾਊਂਡ 'ਚ ਨਿਕਲਣ ਲੱਗ ਰਿਹਾ ਸੀ, ਉੱਥੇ ਹੀ ਮਾਰਿਆ ਜੀ ਮੇਰੇ ਪੁੱਤ ਨੇ। ਕੋਈ ਪੁਲਿਸ ਆਈ ਹੈ, ਕਾਰਵਾਈ ਹੋਈ ਕੋਈ? ਹਾਂਜੀ ਆਈ ਸੀ, ਲਿਖ ਕੇ ਗਏ ਲੈ ਨੇ, ਬਿਆਨ ਲਿਖ ਕੇ ਨੇ ਆਏ ਸੀ। ਕੀ ਮੰਗ ਕਰਦੇ ਸੀ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਵੀ ਸਾਡੇ ਬੇਟੇ ਨੂੰ ਕਿਉਂ ਮਾਰਿਆ। ਕੋਈ ਲੜਾਈ ਨਹੀਂ ਸੀ ਜੀ, ਕੋਈ ਬੇਰ ਨਹੀਂ ਸੀ, ਕਿਹੜੀ ਗੱਲੋਂ ਮਾਰਿਆ ਜੀ? ਕੱਲ੍ਹ ਹੋਰ ਵੀ ਹਮਲਾ ਕਰ ਸਕਦੇ ਨੇ ਜੀ। ਮੈਨੂੰ ਤਾਂ ਇਨਸਾਫ ਚਾਹੀਦਾ ਬੱਚੇ ਦਾ ਵੀ ਕਾਹਤੋਂ ਮਾਰਿਆ। ਤੇ ਉਧਰ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਣ ਦੇ ਬਾਰੇ ਵਿੱਚ ਅਕਾਲੀ ਦਲ ਵੱਲੋਂ ਆਪ ਸਰਕਾਰ ਨੂੰ ਸਵਾਲ ਖੜੇ ਕੀਤੇ। ਦੱਸ ਦਈਏ ਕਿ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇਗਾ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਚਰਵਾਰ ਨੂੰ ਟਵੀਟ ਕਰਕੇ ਦਿੱਤੀ ਸੀ। ਇਸ ਸਭ ਦਰਮਿਆਨ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਪੁੱਛਿਆ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਲਈ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸ਼ਰਤ ਰੱਖੀ ਹੈ ਕਿ ਸ਼ਬਦ ਪੰਚਕੂਲਾ ਇਸ ਨਾਂ ਵਿੱਚ ਜੋੜਿਆ ਜਾਵੇ, ਤਾਂ ਕਿ ਉਹਨਾਂ ਨੇ ਇਹ ਸ਼ਬਦ ਪੰਚਕੂਲਾ ਜੋੜਨ ਲਈ ਸਹਿਮਤੀ ਦਿੱਤੀ ਹੈ, ਇਹ ਗੱਲ ਸਪਸ਼ਟ ਕਰਨ। ਤੇ ਉਧਰ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਤਾਂ ਕਿ ਉਸਦੇ ਮੁੱਖ ਕਾਤਲ ਅਜੇ ਮਿਸ਼ਰਾ ਦੇ ਬੇਟੇ ਟੋਨੀ ਮਿਸ਼ਰਾ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾ ਸਕੇ, ਕਿਸਾਨ ਇੱਕ ਵਾਰੀ ਫਿਰ ਦਿੱਲੀ ਦੇ ਜੰਤਰ ਮੰਤਰ ਦੇ ਉੱਪਰ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ। ਤਾਂ ਅੱਜ ਇੱਕ ਕਾਫਲਾ ਪੰਜਾਬ ਦੇ ਮੋਗਾ ਤੋਂ ਵੀ ਰਵਾਨਾ ਹੋਇਆ। ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਤੁਰੰਤ ਰੱਦ ਕਰਵਾਉਣ ਤੇ ਫਸਲਾਂ ਤੇ MSP ਕਾਨੂੰਨ ਬਣਾਉਣ ਲਈ ਵੀ ਸੰਘਰਸ਼ ਜਾਰੀ ਰੱਖਣ ਦੀ ਗੱਲ ਕੀਤੀ ਗਈ ਹੈ। ਦੱਸ ਦਈਏ ਕਿ ਲਖੀਮਪੁਰ ਖੀਰੀ ਵਿੱਚ ਗੱਡੀ ਥੱਲੇ ਦੜ ਕੇ ਕਿਸਾਨ ਜੋ ਮਾਰੇ ਗਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅਤੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਵਾਉਣ ਦੇ ਲਈ ਹੀ ਕਿਸਾਨਾਂ ਦੇ ਵੱਲੋਂ ਲਗਾਤਾਰ ਮੰਗ ਉਠਾਈ ਜਾ ਰਹੀ ਹੈ। ਇਸ ਬਾਰੇ ਸੁਖਜਿੰਦਰ ਸਿੰਘ ਖੋਸਾ ਸੂਬਾ ਪ੍ਰਧਾਨ ਤੇ ਹੋਰ ਕਿਸਾਨ ਆਗੂ ਕੀ ਬੋਲੇ ਨੇ, ਆਓ ਸੁਣਦੇ ਹਾਂ। ਦੇਖੋ ਜੀ, ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ BKU ਖੋਸਾ ਅੱਜ ਜਿਹੜਾ ਅਸੀਂ 22 ਤਰੀਕ ਨੂੰ ਜੰਤਰ ਮੰਤਰ ਵਿਖੇ ਇੱਕ ਬਹੁਤ ਵੱਡੀ ਐਜੀਟੇਸ਼ਨ ਲੜਨੀ ਆ ਤੇ ਸਰਕਾਰ ਨੂੰ ਅਸੀਂ ਸੁੱਤੀ ਪਈ ਨੂੰ ਜਗਾਉਣਾ, ਕਿਉਂਕਿ ਸਰਕਾਰ ਨੇ 2013 ਦੇ ਵਿੱਚ 20 ਮਾਰਚ ਨੂੰ ਰਾਜਨਾਥ ਸਿੰਘ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਜੰਤਰ ਮੰਤਰ ਤੇ ਵੀ ਸਾਡੀ ਸਰਕਾਰ ਬਣਾਓ। ਸਾਡੀ ਸਰਕਾਰ ਬਣਦਿਆਂ
ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿੱਤੀ ਜਾਊਗੀ, ਕਿਸਾਨਾਂ ਦੇ ਕਰਜ਼ਿਆਂ ਤੇ ਲਖੀਰ ਫੇਰ ਦਿੱਤੀ ਜਾਊਗੀ। ਸਰਕਾਰ ਨੇ ਤਾਂ ਕੀ ਕਰਨਾ ਸੀ, ਉਲਟੇ ਕਾਨੂੰਨ ਬਣਾ ਕੇ ਜਿੱਥੇ 734 ਕਿਸਾਨ ਸਾਡੇ ਸ਼ਹੀਦ ਹੋ ਗਏ ਉੱਥੇ ਹੀ ਬਸ ਨਹੀਂ। ਲਖੀਮਪੁਰ ਖੀਰੀ ਵਿਖੇ ਜਿਹੜਾ ਅਜੇ ਮਿਸ਼ਰਾ ਟੈਣੀ ਮੰਤਰੀ ਸੀ, ਉਹਦੇ ਮੁੰਡਨੇ ਤੇ ਉਹਨੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਸੀ, ਉਹਨਾਂ ਨੇ ਗੱਡੀ ਚੜਾ ਕੇ ਕੁਚਲ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ। ਉਹ ਜਿਹੜੇ ਹਥਿਆਰੇ ਨੇ ਕਿਸਾਨਾਂ ਦੇ, ਉਹਨਾਂ ਨੂੰ ਅਜੇ ਤਾਈਂ ਸਰਕਾਰ ਫੜ ਨਹੀਂ ਰਹੀ। ਅਜੇ ਮਿਸ਼ਰਾ ਮੰਤਰੀ ਹਲੇ ਵੀ ਆਪਦੀ ਕਲਮ ਚਲਾ ਰਿਹਾ। ਇਸ ਕਰਕੇ ਜਿਹੜੀ ਸਰਕਾਰ ਆ ਉਸ ਤੇ ਪਰਚਾ ਹੋਇਆ ਗਿਆ, ਤੇ ਮੈਂ ਸਮਝਦਾ ਸਰਕਾਰ ਬਹੁਤ ਨਕੰਮੀ ਹੈ ਜਿਹੜੀ ਕਿ ਉਹ ਜਿਹੜੇ ਹਥਿਆਰੇ ਨੇ ਕਿਸਾਨਾਂ ਦੇ ਉਹ ਹਲੇ ਵੀ ਬਾਹਰ ਫਿਰਦੇ ਨੇ ਤੇ ਉਹਨਾਂ ਦੀ ਕਲਮ ਕੰਮ ਕਰ ਰਹੀ ਆ। ਅਸੀਂ ਮੋਦੀ ਸਰਕਾਰ ਨੂੰ 22 ਤਰੀਕ ਨੂੰ ਜੰਤਰ ਮੰਤਰ ਵਿਖੇ 1000 ਲੱਖਾਂ ਦੀ ਵਿੱਚ ਇਕੱਠ ਕਰਕੇ ਤਾਦਾਦ ਦੇ ਵਿੱਚ, ਜਿੱਥੇ ਅੱਜ ਸਾਰੇ ਪੰਜਾਬ ਚੋਂ ਨਹੀਂ ਬਲਕਿ ਸਮੁੱਚੇ ਭਾਰਤ ਦੇ ਵਿੱਚੋਂ ਬਹੁਤ ਵੱਡੇ ਜਥੇ ਜਿਹੜੇ ਜੰਤਰ ਮੰਤਰ ਤੇ ਇਕੱਠੇ ਹੋਣਗੇ, ਤੇ ਉੱਥੇ ਇੱਕ ਰੂਪ ਰੇਖਾ ਤਿਆਰ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਊਗੀ ਵੀ ਸਮਝ ਜੋ ਹਲੇ ਮੌਕਾ, ਜੇ ਨਾ ਸਮਝੇ ਜਿਵੇਂ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਚੱਲਦੀ ਕੀਤੀ ਸੀ ਉਵੇਂ ਹੀ ਚੱਲਦੀ ਕਰਾਂਗੇ। ਜੇਕਰ ਕਿਸਾਨਾਂ ਤੇ ਜਿਹੜੇ ਬਣੇ ਪਰਚੇ ਰੱਦ ਨਾ ਹੋਏ ਤੇ ਉਹ ਲਖੀਮਪੁਰ ਖੀਰੀ ਵਾਲੇ ਜਿਹੜੇ ਹਥਿਆਰੇ ਨੇ, ਜਿਹੜੇ ਕਾਤਲ ਨੇ ਕਿਸਾਨਾਂ ਦੇ, ਉਹਨਾਂ ਨੂੰ ਨਾ ਫੜਿਆ ਗਿਆ ਤੇ ਨਾ ਫਾਂਸੀ ਦੀ ਸਜ਼ਾ ਸੁਣਾਈ ਗਈ, ਉਨੀ ਦੇਰ ਤੱਕ ਜਿਹੜਾ ਸੰਘਰਸ਼ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਰਹੂਗਾ। ਕਿਸਾਨ ਘਰੇ ਨਹੀਂ ਬੈਠਣਗੇ। ਅੱਜ ਅਸੀਂ ਇਹ ਮੀਡੀਆ ਰਾਹੀਂ ਜਿੱਥੇ ਅੱਜ ਸਾਰੇ ਭਾਰਤ ਦੇ ਵਿੱਚ ਲੋਕੀ ਅੱਜ ਰੇਲਾਂ ਰਾਹੀਂ, ਜਿੱਥੇ ਅੱਜ ਮੋਗੇ ਰੇਲਵੇ ਸਟੇਸ਼ਨ ਤੋਂ ਬਹੁਤ ਵੱਡਾ ਜਥਾ BKU ਖੋਸਾ ਵੱਲੋਂ ਜਿਹੜਾ ਉੱਥੇ ਸ਼ਿਕਰਤ ਕਰੂਗਾ, ਇਸੇ ਤਰ੍ਹਾਂ ਹੀ ਅਸੀਂ ਫਿਰੋਜ਼ਪੁਰੋਂ ਬੈਠਾਂਗੇ ਤੇ ਉੱਥੋਂ ਵੀ ਫਿਰੋਜ਼ਪੁਰ ਤੋਂ ਜਿੰਨੇ ਵੀ ਸਟੇਸ਼ਨ ਨੇ ਸਾਰਿਆਂ ਤੋਂ ਅੱਜ ਬਹੁਤ ਵੱਡੇ ਜਥੇ ਜਿਹੜੇ ਵੱਡੀ ਤਾਦਾਦ ਦੇ ਵਿੱਚ ਉਹ ਅੱਜ ਦਿੱਲੀ ਨੂੰ ਚੱਲਣਗੇ ਤੇ ਜੰਤਰ ਮੰਤਰ ਤੇ 22 ਤਰੀਕ ਨੂੰ ਉੱਥੇ 11 ਵਜੇ ਤੋਂ ਲੈ ਕੇ ਸੰਘਰਸ਼ ਜਿਹੜਾ ਸਾਡਾ ਅਣਮਿੱਥੇ ਸਮੇਂ ਲਈ ਹੋਊਗਾ। ਤੇ ਇਸ ਦੇ ਨਾਲ ਹੀ ਮੁੱਕਦਾ ਹੈ ਅੱਜ ਦੀਆਂ ਖਬਰਾਂ ਦਾ ਵੇਲਾ। ਦੇਖਦੇ ਰਹੋ ਦਾ ਲਾਈਵ ਟੂਡੇ ਚੈਨਲ। ਧੰਨਵਾਦ।